ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਪਰਮੇਸ਼ਰ ਹੈ। ਆਪ ਦੀ ਵਡਿਆਈ ਸਾਡੇ ਜੀਵਨ ਦੇ ਵਿੱਚ ਬਹੁਤ ਕਰਕੇ ਆਉਂਦੀ ਹੈ। ਇਸ ਲਈ ਅਸੀਂ ਤੇਰੇ ਨਾਮ ਦੇ ਆਭਾਰੀ ਹਾਂ। ਔਰ ਪਰਮੇਸ਼ਰ ਪਿਤਾ, ਆਪਣੇ ਵਚਨ ਦੇ ਨਿਮਿਤ ਤੂੰ ਸਾਨੂੰ ਆਪਣੀ ਅਗਵਾਈ ਦੇ ਵਿੱਚ ਲੈ ਕੇ ਚੱਲਦਾ ਤੇ ਸਾਨੂੰ ਛੱਡਦਾ ਨਹੀਂ। ਇਸ ਦੇ ਲਈ ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਇਸ ਵਚਨ ਨੂੰ ਸੁਣਨ ਵਾਲਿਆਂ ਨੂੰ ਆਪਣੀ ਬਰਕਤ ਦੇ। ਸਾਰਾ ਆਦਰ ਮਾਨ ਆਪ ਨੂੰ ਦਿੰਦੇ ਹੋਏ ਇਹ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ। ਆਮੀਨ। ਪਿਆਰੇ ਅਜ਼ੀਜ਼, ਅੱਜ ਦੇ ਜੋ ਵਚਨ ਦਾ ਮੈਂ ਭਾਗ ਲਿਆ ਹੈ ਉਹ ਲਿਆ ਹੈ ਜ਼ਬੂਰ 23 ਉਸ ਦਾ 3। ਇੱਥੇ ਲਿਖਿਆ ਹੈ, ਉਹ ਮੇਰੀ ਜਾਨ ਵਿੱਚ ਜਾਨ ਪਾਉਂਦਾ ਹੈ, ਧਾਰਮਿਕਤਾ ਦੇ ਮਾਰਗਾਂ ਵਿੱਚ ਉਹ ਆਪਣੇ ਨਾਮ ਦੇ ਨਿਮਿਤ ਮੇਰੀ ਅਗਵਾਈ ਕਰਦਾ ਹੈ। ਇਸ ਦਾ ਜੋ ਮੈਂ ਵਿਸ਼ਾ ਲਿਆ ਹੈ ਉਹ ਲਿਆ ਹੈ ਧਾਰਮਿਕਤਾ ਦੇ ਮਾਰਗਾਂ ਵਿੱਚ ਪਰਮੇਸ਼ਵਰ ਦੇ ਰਾਹੀਂ ਮੇਰੀ ਅਗਵਾਈ। ਧਾਰਮਿਕਤਾ ਦੇ ਮਾਰਗਾਂ ਵਿੱਚ ਪਰਮੇਸ਼ਵਰ ਦੇ ਰਾਹੀਂ ਮੇਰੇ ਜੀਵਨ ਦੇ ਵਿੱਚ ਅਗਵਾਈ। ਪਿਆਰੇ ਅਜ਼ੀਜ਼, ਇਹ ਜੋ ਵਚਨ ਹੈ ਇਹ ਪਰਮੇਸ਼ਵਰ ਦੀ ਮਹਿਮਾ ਨੂੰ ਸਾਡੇ ਜੀਵਨ ਦੇ ਵਿੱਚ ਪ੍ਰਗਟ ਕਰਦਾ ਹੈ, ਕਿਉਂਕਿ ਇਹ ਜੀਵਨ ਸਾਡੇ ਜੀਵਨ ਦੇ ਵਿੱਚ ਉਦੋਂ ਤੱਕ ਅਗਵਾਈ ਕਰਦਾ ਹੈ ਜਦ ਤੱਕ ਅਸੀਂ ਇਸ ਦੇ ਮੂਲ ਤੱਤਾਂ ਨੂੰ ਜਾਣ ਨਹੀਂ ਲੈਂਦੇ। ਦਾਊਦ ਦਾ ਇਸ ਵਚਨ ਨੂੰ ਲਿਖਣ ਦਾ ਕੋਈ ਖਾਸ ਮਕਸਦ ਸੀ, ਔਰ ਇਹ ਮਕਸਦ ਸਮਝਣਾ ਮੇਰੇ ਅਤੇ ਆਪ ਦੇ ਲਈ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਪਰਮੇਸ਼ਵਰ, ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਮੰਨ ਲੈਂਦੇ ਹਾਂ, ਤਾਂ ਉਹ ਕਿਸ ਤਰ੍ਹਾਂ ਸਾਡੀ ਧਾਰਮਿਕਤਾ ਦੇ ਮਾਰਗਾਂ ਵਿੱਚ ਸਾਡੀ ਅਗਵਾਈ ਕਰਦਾ ਹੈ। ਅਸੀਂ ਕਈ ਵਾਰ ਆਪਣੇ ਜੀਵਨ ਦੇ ਵਿੱਚ, ਕਈ ਵਾਰ ਅਜਿਹੇ ਰਾਹਾਂ ਦੇ ਵਿੱਚ ਅਸੀਂ ਸੋਚ ਵਿਚਾਰ ਦੇ ਵਿੱਚ ਫਸ ਜਾਂਦੇ ਹਾਂ ਕਿ ਅਸੀਂ ਕਰੀਏ ਜਾਂ ਨਾ ਕਰੀਏ। ਪਰਮੇਸ਼ਵਰ ਕੀ ਚਾਹੁੰਦਾ ਹੈ ਸਾਨੂੰ ਉਸ ਸਮੇਂ ਸਮਝ ਨਹੀਂ ਆਉਂਦਾ ਹੈ। ਪਰ ਅਜਿਹੀ ਗੱਲ ਜਦੋਂ ਅਸੀਂ ਦਾਊਦ ਪਰਮੇਸ਼ਵਰ ਦੇ ਮਨ ਦੇ ਅਨੁਸਾਰੀ ਮਨੁੱਖ ਸੀ, ਜਦੋਂ ਅਸੀਂ ਉਸ ਦੀ ਜੀਵਨੀ ਨੂੰ ਪੜ੍ਹੀਏ, ਸ਼ੈਮੂਅਲ, ਪਹਿਲਾ ਸ਼ੈਮੂਅਲ, ਦੂਸਰਾ ਸ਼ੈਮੂਅਲ ਔਰ ਪਹਿਲਾ ਰਾਜਾ ਦੂਸਰਾ ਰਾਜਾ ਦੇ ਵਿੱਚ ਕਈ ਗੱਲਾਂ ਅਜਿਹੀਆਂ ਦਾਊਦ ਦੀਆਂ ਸਾਨੂੰ ਪਤਾ ਲੱਗਦੀਆਂ ਹੈ ਜਿਸ ਵਿੱਚ ਪਰਮੇਸ਼ਰ ਦਾਊਦ ਨੂੰ ਆਪਣੇ ਅਨੁਸਾਰੀ ਸਮਝਦਾ ਹੈ। ਕਿਉਂਕਿ ਉਹ ਪਰਮੇਸ਼ਰ ਤੋਂ ਹੀ ਹਰ ਇੱਕ ਗੱਲ ਦੀ ਸਲਾਹ ਲੈਂਦਾ ਸੀ ਕਿ ਅਸੀਂ ਆਪਣੇ ਜੀਵਨ ਦੇ ਕਿਸੇ ਵੀ ਕੰਮ ਨੂੰ ਜਾਂ ਕਿਸੇ ਵੀ ਨਿਰਣੇ ਨੂੰ ਜਾਂ ਕਿਸੇ ਵੀ ਰਾਹ ਦੇ ਉੱਤੇ ਜਾਣਾ ਹੈ ਕਿ ਅਸੀਂ ਕਦੇ ਪਰਮੇਸ਼ਰ ਦੇ ਵਚਨ ਤੋਂ ਸਲਾਹ ਲਈ, ਪੁੱਛਿਆ ਕਿ ਮੇਰੇ ਲਈ ਪਰਮੇਸ਼ਰ ਸਹੀ ਹੈ ਜਾਂ ਨਹੀਂ। ਅਸੀਂ ਆਪਣੇ ਰਿਸ਼ਤੇਦਾਰਾਂ ਤੋਂ ਪੁੱਛਦੇ ਹਾਂ, ਅਸੀਂ ਆਪਣੇ ਮਿੱਤਰਾਂ ਦੋਸਤਾਂ ਤੋਂ ਪੁੱਛਦੇ ਹਾਂ, ਜਾਂ ਕਿਸੇ ਅੱਛੇ ਕਾਉਂਸਲਰ ਦਾ ਸਲਾਹ ਲੈਂਦੇ ਹਾਂ, ਪਰ ਕੀ ਅਸੀਂ ਪਰਮੇਸ਼ਵਰ ਦੇ ਵਚਨ ਤੋਂ ਇਸ ਗੱਲ ਦੀ ਸਲਾਹ ਲਈ? ਦਾਊਦ ਕੀ ਕਹਿੰਦਾ ਹੈ? ਉਹ ਮੇਰੀ ਜਾਨ ਵਿੱਚ ਜਾਨ ਪਾਉਂਦਾ ਹੈ। ਇੱਥੇ ਕੀ ਸਮਝਦੇ ਆ? ਉਹ ਕੌਣ ਹੈ? ਪਰਮੇਸ਼ਵਰ। ਇਹਦਾ ਮਤਲਬ ਦਾਊਦ ਆਪਣੇ ਜੀਵਨ ਦੇ ਵਿੱਚ ਹਰ ਇੱਕ ਗੱਲ ਦੇ ਵਿੱਚ ਪਰਮੇਸ਼ਵਰ ਨੂੰ ਹੀ ਮੁੱਖ ਸਮਝਦਾ ਸੀ ਕਿ ਮੇਰੇ ਜੀਵਨ ਦੇ ਵਿੱਚ ਮੁੱਖ ਹੈ। ਜਵਾਨ ਹੋਣ ਦੇ ਨਾਤੇ ਉਸ ਨੇ ਆਪਣੇ ਪਿਤਾ ਦੀਆਂ ਭੇਡਾਂ ਦੀ ਦੇਖਭਾਲ ਕੀਤੀ। ਕਿਸ ਨੇ? ਦਾਊਦ ਨੇ। ਤੇ ਪਰਮੇਸ਼ਵਰ ਨੇ ਇਹਨਾਂ ਹਾਲਾਤਾਂ ਦੇ
ਵਿੱਚ ਵੀ ਉਸ ਨੂੰ ਆਪਣੇ ਰਾਹਾਂ ਨੂੰ ਸਿਖਲਾਉਣ ਲਈ ਇਸਤੇਮਾਲ ਕੀਤਾ। ਭੇਡਾਂ ਦੀ ਦੇਖਭਾਲ ਵਿੱਚ ਦਾਊਦ ਨੇ ਸ਼ੇਰ ਅਤੇ ਰਿੱਛ ਦੇ ਹਮਲਿਆਂ ਤੋਂ ਉਹਨਾਂ ਨੂੰ ਬਚਾਉਣਾ ਸਿੱਖਿਆ ਔਰ ਇਹ ਪਰਮੇਸ਼ਰ ਨੇ ਸਿਖਾਇਆ। ਕਿਸ ਤਰ੍ਹਾਂ? ਪਰਮੇਸ਼ਰ ਜਿਸ ਵੀ ਉਦੇਸ਼ ਵਿੱਚ, ਜਿਸ ਵੀ ਕਾਰਜ ਦੇ ਵਿੱਚ ਮੈਨੂੰ ਬੁਲਾਉਂਦਾ ਹੈ, ਮੈਨੂੰ ਉਸ ਦੇ ਵਿੱਚ ਜਾਣ ਦੀ ਜ਼ਰੂਰਤ ਹੈ, ਮੈਨੂੰ ਉਸ ਦੇ ਵਿੱਚ ਖੜਨ ਦੀ ਜ਼ਰੂਰਤ ਹੈ। ਚਾਹੇ ਪਰਿਸਥਿਤੀਆਂ ਕਿਹੋ ਜਿਹੀਆਂ ਵੀ ਹੋਣ। ਦਾਊਦ ਨੂੰ ਭੇਡਾਂ ਦਾ ਇੱਜੜ ਸੀ, ਪਰ ਉਸ ਇੱਜੜ ਦੇ ਵਿੱਚ ਭੇਡਾਂ ਨੂੰ ਕਿੱਦਾਂ ਸਾਂਭਣਾ ਹੈ, ਉਸ ਇੱਜੜ ਦੇ ਵਿੱਚ ਭੇਡਾਂ ਦੀ ਜ਼ਰੂਰਤ ਕੀ ਹੈ, ਉਸ ਇੱਜੜ ਦੇ ਵਿੱਚ ਭੇਡ ਕੀ ਚਾਹੁੰਦੀ ਹੈ, ਇਹ ਦਾਊਦ ਨੇ ਸਿੱਖਿਆ ਅਤੇ ਭੇਡ ਨੂੰ ਸ਼ਿਕਾਰੀਆਂ ਦੇ ਹੱਥ ਵਿੱਚ ਨਹੀਂ ਜਾਣ ਦਿੱਤਾ। ਚਾਹੇ ਉਹ ਕਿੰਨੇ ਵੀ ਭਿਆਨਕ ਸੀ, ਚਾਹੇ ਉਹ ਕਿੰਨੇ ਵੀ ਡਰਾਉਣੇ ਸੀ, ਉਸ ਸਭ ਦੇ ਵਿੱਚ ਮਦਦਗਾਰ ਪਰਮੇਸ਼ਰ ਹੀ ਹੋਇਆ। ਇਸ ਕਰਕੇ ਅਸੀਂ ਗੀਤ ਵੀ ਗਾਉਂਦੇ ਆ ਨਾ। ਕੀ ਗੀਤ ਗਾਉਂਦੇ ਆ? ਯਹੋਵਾ ਮੇਰਾ ਚਰਵਾਹਾ ਹੈ। ਔਰ ਉਸ ਤੋਂ ਬਾਅਦ ਅਸੀਂ ਕਹਿੰਦੇ ਰੱਬ ਆਲੀ ਮੇਰੇ ਨਾਲ। ਜਿਹੜਾ ਮੇਰੇ ਨਾਲ ਹੈ ਉਹ ਮੈਨੂੰ ਕਦੇ ਵੀ ਨਾਸ਼ ਨਹੀਂ ਹੋਣ ਦੇਵੇਗਾ। ਯਸ਼ਾਇਆ 41 ਦਾ ਜਦੋਂ 10 ਪੜ੍ਹਦੇ ਆ ਤਾਂ ਉਹਦੇ ਵਿੱਚ ਕੀ ਕਹਿੰਦਾ ਹੈ? ਨਾ ਡਰ, ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ। ਇਹ ਕਿਹਦੇ ਨਾਲ ਵਾਅਦਾ ਹੈ? ਜਿਨ੍ਹਾਂ ਨੂੰ ਪਰਮੇਸ਼ਰ ਨੇ ਚੁਣਿਆ ਅਤੇ ਜਿਨ੍ਹਾਂ ਨੂੰ ਜਿਸ ਕੰਮ ਦੇ ਲਈ, ਜਿਸ ਜੌਬ ਦੇ ਵਿੱਚ, ਚਾਹੇ ਪੜ੍ਹਾਈ ਦੇ ਖੇਤਰ ਦੇ ਵਿੱਚ ਰੱਖਿਆ ਹੈ, ਉਸ ਵਿੱਚ ਉਹ ਅਗਵਾਈ ਧਾਰਮਿਕਤਾ ਦੇ ਮਾਰਗਾਂ ਵਿੱਚ। ਅਸੀਂ ਜਦੋਂ ਧਰਮੀ ਬਣ ਗਏ ਮਸੀਹ ਯਿਸੂ ਦੇ ਵਿੱਚ, ਤਾਂ ਅਸੀਂ ਧਾਰਮਿਕਤਾ ਦੇ ਰਾਹਾਂ ਵਿੱਚ ਚੱਲ ਰਹੇ ਹਾਂ। ਉਸ ਵਿੱਚ ਜੋ ਵੀ ਔਕੜ ਆਉਂਦੀ ਹੈ ਉਸ ਨੂੰ ਹੱਲ ਕਰਨ ਦੇ ਲਈ ਪਰਮੇਸ਼ਰ ਹੀ ਮਦਦ ਕਰਦਾ ਹੈ। ਅਸੀਂ ਦੇਖਦੇ ਹਾਂ ਪਹਿਲਾ ਸ਼ਮੂਏਲ 17 ਉਸ ਦੀ 34 ਅਤੇ 35 ਆਇਤ ਦੇ ਵਿੱਚ ਕਿਸ ਤਰ੍ਹਾਂ ਦਾਊਦ ਆਪਣੀ ਭੇਡ ਨੂੰ ਸ਼ੇਰ ਅਤੇ ਰਿੱਛ ਤੋਂ ਬਚਾਉਂਦਾ ਹੈ ਅਤੇ ਉਸ ਨੂੰ ਉਹ ਪਰਮੇਸ਼ਰ ਸਿਖਾਉਂਦਾ ਹੈ ਕਿ ਤੈਂ ਕਿਸ ਤਰ੍ਹਾਂ ਉਹਨਾਂ ਦੇ ਹਮਲਿਆਂ ਤੋਂ ਆਪਣੇ ਆਪ ਦਾ ਵੀ ਬਚਾਅ ਕਰਨਾ ਅਤੇ ਭੇਡ ਨੂੰ ਵੀ ਬਚਾਉਣਾ ਹੈ। ਕਿੰਨੀ ਵੱਡੀ ਗੱਲ ਹੈ, ਕਿੰਨੀ ਸੁੰਦਰ ਗੱਲ ਹੈ। ਪਰ ਅਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਪ੍ਰਤੀ ਸਮਰਪਿਤ ਕਰਨਾ ਹੈ, ਜਿਸ ਤਰ੍ਹਾਂ ਦਾਊਦ ਨੇ ਆਪਣੇ ਆਪ ਨੂੰ ਪਰਮੇਸ਼ਰ ਦੇ ਪ੍ਰਤੀ ਸਮਰਪਿਤ ਕੀਤਾ। ਪਰਮੇਸ਼ਰ ਨੇ ਟ੍ਰੇਨਿੰਗ ਦਿੱਤੀ ਉਹਨੂੰ। ਅਸੀਂ ਦੇਖਦੇ ਹਾਂ ਕਿੰਨੀ ਸੁੰਦਰ ਟ੍ਰੇਨਿੰਗ ਦਿੱਤੀ, ਔਰ ਉਸ ਤੋਂ ਬਾਅਦ ਉਸਨੇ ਇਸਰਾਇਲ ਦਾ ਉਸ ਨੂੰ ਕਿੰਗ ਬਣਾਇਆ, ਰਾਜਾ ਬਣਾਇਆ ਟ੍ਰੇਨਿੰਗ ਦੇਣ ਤੋਂ ਬਾਅਦ। ਔਰ ਇਹ ਟ੍ਰੇਨਿੰਗ ਇਹ ਹੈ ਕਿ ਮੈਂ ਪਰਮੇਸ਼ਰ ਵਿੱਚ ਸਥਿਰ ਹਾਂ ਜਾਂ ਨਹੀਂ, ਜਾਂ ਜਿਸ ਕਾਰਜ ਦੇ ਲਈ ਪਰਮੇਸ਼ਰ ਨੇ ਮੈਨੂੰ ਬੁਲਾਇਆ ਹੈ ਮੈਂ ਉਸ ਵਿੱਚ ਸਥਿਰ ਹਾਂ ਜਾਂ ਨਹੀਂ। ਇਹ ਪਰਮੇਸ਼ਰ ਦੇ ਸਕੂਲ ਦਾ ਹਿੱਸਾ ਸੀ। ਅਸੀਂ ਸਮਝਦੇ ਹਾਂ ਕਿ ਅਸੀਂ ਪਰਮੇਸ਼ਰ ਦੇ ਸਕੂਲ ਵਿੱਚ, ਜਦੋਂ ਮੈਂ ਬਾਈਬਲ ਪੜ੍ਹਦਾ ਹਾਂ, ਜਦੋਂ ਮੈਂ ਚਰਚ ਜਾਂਦਾ ਹਾਂ, ਜਦੋਂ ਮੈਂ ਬਾਈਬਲ ਅਧਿਐਨ ਕਰਦਾ ਹਾਂ, ਜਦੋਂ ਮੈਂ ਭੈਣਾਂ ਦੀ ਸਭਾ ਦੇ ਵਿੱਚ ਸ਼ਰੀਕ ਹੁੰਦਾ ਹਾਂ, ਜਦੋਂ ਮੈਂ ਪ੍ਰਾਰਥਨਾ ਸਭਾ ਦੇ ਵਿੱਚ ਜਾਂਦਾ ਹਾਂ, ਜਦੋਂ ਮੈਂ ਕਿਸੇ ਮੀਟਿੰਗਾਂ ਦੇ ਵਿੱਚ ਜਾਂਦਾ ਹਾਂ, ਇਹ ਪਰਮੇਸ਼ਰ ਦੇ ਸਕੂਲ ਦਾ ਹਿੱਸਾ ਹੈ ਜਿਹੜਾ ਮੇਰੀ ਸਿਖਲਾਈ ਦੇ ਲਈ ਪਰਮੇਸ਼ਰ ਨੇ ਨਿਯੁਕਤ ਕੀਤਾ ਹੈ। ਜਿਹੜੇ ਤਾਂ ਸਿੱਖਿਆ ਲੈਂਦੇ ਆ ਉਹ ਤਾਂ ਬਚਣਾ ਅਤੇ ਲੜਨਾ ਅਤੇ ਸੁਰੱਖਿਆ ਨੂੰ ਆਪਣੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਅਸੀਂ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਧਾਰਮਿਕਤਾ ਦੇ ਕੰਮ ਨੂੰ ਸਫਲਤਾ ਨਾਲ ਕਰ ਸਕਦੇ ਹਾਂ, ਸਿੱਖ ਲੈਂਦੇ ਆ। ਦਾਊਦ ਨੇ ਸਿੱਖਿਆ ਕਿਉਂਕਿ ਉਹ ਦਾਊਦ ਦੇ ਲਈ ਸਕੂਲ ਸੀ। ਜਦ ਜਵਾਨ ਚਰਵਾਹੇ ਨੇ ਪਰਮੇਸ਼ਰ ਉੱਤੇ ਭਰੋਸਾ ਅਤੇ
ਉਸ ਦੀਆਂ ਹਦਾਇਤਾਂ ਨੂੰ ਮੰਨਣਾ ਸਿੱਖਿਆ। ਕੁਝ ਕੁ ਵਾਰ ਉਹ ਇੰਜ ਕਰਨਾ, ਇਸ ਤਰ੍ਹਾਂ ਕਰਨਾ, ਉਸ ਦੇ ਵਿੱਚੋਂ ਨਾਕਾਮ ਵੀ ਹੋਇਆ। ਅਸੀਂ ਦੇਖਦੇ ਹਾਂ ਬਾਈਬਲ ਦੇ ਵਿੱਚ ਪੜ੍ਹੋ ਤਾਂ ਦਾਊਦ ਕਈ ਜਗ੍ਹਾ ਦੇ ਵਿੱਚ ਡਿੱਗਿਆ ਵੀ, ਨਾਕਾਮ ਵੀ ਹੋਇਆ, ਪਰ ਪਰਮੇਸ਼ਰ ਨੇ ਮੁੜ ਉਸ ਨੂੰ ਫੇਰ ਖੜਾ ਕੀਤਾ। ਇਸ ਲਈ ਦਾਊਦ ਆਪਣੇ ਜੀਵਨ ਦੇ ਵਿੱਚ ਆਪਣੀ ਕਮਜ਼ੋਰੀ ਨੂੰ ਪਰਮੇਸ਼ਰ ਸਾਹਮਣੇ ਰੱਖ ਕੇ ਉਸ ਤੋਂ ਵੱਲ ਮੰਗਦਾ ਹੈ। ਇੱਥੇ ਨਜ਼ਰ ਆਉਂਦਾ ਹੈ, ਕਹਿੰਦਾ ਹੈ ਉਹ ਮੇਰੀ ਜਾਨ ਵਿੱਚ ਜਾਨ ਪਾਉਂਦਾ ਹੈ, ਧਾਰਮਿਕਤਾ ਦੇ ਮਾਰਗ ਵਿੱਚ ਉਹ ਆਪਣੇ ਨਾਮ ਦੇ ਨਿਮਿਤ ਮੇਰੀ ਅਗਵਾਈ ਕਰਦਾ ਹੈ। ਪਹਿਲੀ ਗੱਲ ਇੱਥੇ ਸਾਨੂੰ ਇਹ ਮਿਲਦੀ ਹੈ ਕਿ ਅਸੀਂ ਆਪਣੇ ਜੀਵਨ ਨੂੰ ਪਰਮੇਸ਼ਰ ਦੇ ਪ੍ਰਤੀ ਸਪੁਰਦ ਕਰਨਾ ਹੈ, ਭਾਵ ਪਰਮੇਸ਼ਰ ਦੇ ਹੱਥ ਵਿੱਚ ਸੌਂਪਣਾ ਹੈ। ਪਰਮੇਸ਼ਰ ਮੇਰਾ ਜੀਵਨ ਹੁਣ ਮੇਰਾ ਨਹੀਂ ਤੇਰਾ ਹੈ, ਇਸ ਨੂੰ ਆਪਣੀ ਇੱਛਾ ਦੇ ਅਨੁਸਾਰ ਚਲਾ, ਮੇਰੀ ਇੱਛਾ ਦੇ ਅਨੁਸਾਰ ਨਹੀਂ। ਕਿਉਂਕਿ ਮੇਰਾ ਪ੍ਰਭੂ ਜਦ ਕਾਲਵਰੀ ਕਰੂਸ ਦੇ ਉੱਤੇ ਜਾਣਾ ਸੀ, ਉਸਨੇ ਪ੍ਰਾਰਥਨਾ ਕੀਤੀ, ਉਸਨੇ ਕਿਹਾ ਪ੍ਰਭੂ ਮੇਰੀ ਇੱਛਾ ਨਹੀਂ ਪਿਤਾ ਤੇਰੀ ਇੱਛਾ ਪੂਰੀ ਹੋਵੇ। ਇਹਦਾ ਮਤਲਬ ਇੱਕ ਵਿਸ਼ਵਾਸੀ ਨੂੰ ਹਮੇਸ਼ਾ ਜ਼ਬੂਰ 3 ਦੇ ਇਸ ਖੰਡ ਨੂੰ ਧਾਰਮਿਕਤਾ ਦੇ ਮਾਰਗ ਵਿੱਚ ਪਰਮੇਸ਼ਰ ਦੀ ਅਗਵਾਈ ਨੂੰ ਲੋਚਦਿਆਂ ਰਹਿਣਾ ਚਾਹੀਦਾ ਹੈ। ਤਦ ਅਸੀਂ ਆਪਣੇ ਜੀਵਨ ਵਿੱਚ ਸਫਲ ਹੋ ਸਕਦੇ ਹਾਂ। ਇਹ ਗੱਲ ਅਸੀਂ ਸਿੱਖਦੇ ਹਾਂ। ਦੂਸਰੀ ਗੱਲ, ਸਾਡਾ ਸਵਰਗੀ ਪ੍ਰਭੂ ਉੱਪਰਲੀ ਬੁੱਧ ਦਿੰਦਾ ਹੈ ਸਾਨੂੰ ਇਸ ਧਾਰਮਿਕਤਾ ਦੇ ਮਾਰਗਾਂ ਦੇ ਵਿੱਚ ਚੱਲਣ ਦੇ ਲਈ। ਉਸ ਦੇ ਲਈ ਵੀ ਮੈਂ ਆਪ ਦੇ ਅੱਗੇ ਇੱਕ ਵਚਨ ਪੜ੍ਹਨਾ ਚਾਹੁੰਦਾ ਹਾਂ, ਜਿਹੜਾ ਪਰਮੇਸ਼ਰ ਨੇ ਮੈਨੂੰ ਆਪ ਦੇ ਨਿਮਿਤ ਦਿੱਤਾ ਹੈ। ਯਾਕੂਬ ਦੀ ਪੁਸਤਕ 3 ਅਧਿਆਇ ਉਸ ਦੀ 17 ਆਇਤ ਦੇ ਵਿੱਚ ਇੱਥੇ ਇਸ ਤਰ੍ਹਾਂ ਲਿਖਿਆ ਹੈ, ਕਹਿੰਦਾ ਹੈ ਪਰ ਜੋ ਬੁੱਧ ਉੱਪਰੋਂ ਆਉਂਦੀ ਹੈ ਉਹ ਪਹਿਲੇ ਤਾਂ ਪਵਿੱਤਰ ਹੁੰਦੀ ਹੈ, ਫਿਰ ਮਿਲਨਸਾਰ, ਕੋਮਲ ਅਤੇ ਸਦਗੁਣ ਅਤੇ ਦਇਆ ਅਤੇ ਅੱਛੇ ਚੰਗੇ ਫਲਾਂ ਨਾਲ ਲੱਦੀ ਹੋਈ ਅਤੇ ਪਕਸ਼ਪਾਤ ਅਤੇ ਕਪਟ ਰਹਿਤ ਹੁੰਦੀ ਹੈ। ਦੇਖੋ, ਜਿਹੜੀ ਬੁੱਧ ਉੱਪਰੋਂ ਆਉਂਦੀ ਹੈ, ਇਹਦਾ ਮਤਲਬ ਅਗਵਾਈ ਦੇ ਮਾਰਗਾਂ ਦੇ ਵਿੱਚ ਮੇਰੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਬੁੱਧ ਦਾ ਹੋਣਾ ਜ਼ਰੂਰੀ ਹੈ। ਇਸੇ ਕਰਕੇ ਯਾਕੂਬ ਨੇ ਕੀ ਕਿਹਾ 1 ਅਧਿਆਏ ਦੇ ਵਿੱਚ ਉਸ ਦੀ 5 ਆਇਤ ਤੇ, ਜਿਸ ਨੂੰ ਬੁੱਧ ਦਾ ਘਾਟਾ ਹੋਵੇ ਉਹ ਪਰਮੇਸ਼ਰ ਕੋਲੋਂ ਮੰਗੇ ਤਾਂ ਪਰਮੇਸ਼ਰ ਉਹਨੂੰ ਬਿਨਾਂ ਸ਼ਰਤ ਦੇਗਾ। ਸਵਾਲ ਇਹ ਹੈ ਕਿ ਮੈਂ ਧਾਰਮਿਕਤਾ ਦੇ ਮਾਰਗ ਵਿੱਚ ਉਸ ਦੀ ਅਗਵਾਈ ਦੇ ਲਈ ਪਰਮੇਸ਼ਰ ਤੋਂ ਬੁੱਧ ਮੰਗਦਾ, ਤਦ ਮੈਂ ਸਭ ਕੁਝ ਕਰ ਸਕਦਾ। ਤਦ ਮੈਂ ਜੋ ਮੇਰੇ ਸਾਹਮਣੇ ਪੜ੍ਹਾਈ ਹੈ, ਜੋ ਮੇਰੇ ਸਾਹਮਣੇ ਇੰਨਾ ਵੱਡਾ ਮੰਜ਼ਾਰ ਹੈ, ਉਸ ਦੇ ਵਿੱਚ ਮੈਂ ਸਫਲ ਹੋ ਸਕਦਾ। ਤਦ ਮੈਂ ਜੋ ਮੈਨੂੰ ਜੋਬ ਮਿਲੀ ਆ ਉਸ ਜੋਬ ਦੇ ਪ੍ਰਤੀ ਵਫਾਦਾਰ ਰਹਿ ਕੇ ਮੈਂ ਸਫਲ ਹੋ ਸਕਦਾ। ਜੋ ਪਰਮੇਸ਼ਰ ਨੇ ਮੈਨੂੰ ਸੇਵਾ ਦਿੱਤੀ ਹੈ, ਅੱਜ ਸੇਵਾ ਅਸੀਂ ਕਰ ਰਹੇ ਹਾਂ, ਉਸ ਦੇ ਵਿੱਚ ਅਸੀਂ ਸਫਲ ਹੋ ਸਕਦੇ। ਉਸ ਮਾਰਗ ਦੇ ਵਿੱਚ, ਉਸ ਅਗਵਾਈ ਦੇ ਵਿੱਚ ਪਰਮੇਸ਼ਰ ਦੀ ਬੁੱਧ ਮੇਰੇ ਜੀਵਨ ਦੇ ਵਿੱਚ ਨਹੀਂ ਹੈ ਤਾਂ ਪਿਆਰੋ ਅਸੀਂ ਸਫਲ ਨਹੀਂ ਹੋ ਸਕਦੇ। ਪਰਮੇਸ਼ਰ ਦੀ ਬੁੱਧ ਕਿੱਥੇ ਹੈ? ਉਹਦੇ ਵਚਨ ਦੇ ਵਿੱਚ। ਇਹਦਾ ਮਤਲਬ ਵਚਨ ਦੇ ਕੋਲ ਅਸੀਂ ਜਾਣਾ ਹੈ। ਵਚਨ ਦੇ ਕੋਲੋਂ ਅਸੀਂ ਪੁੱਛਣਾ ਹੈ, ਪ੍ਰਭੂ ਦੱਸ ਮੈਂ ਕੰਮ ਕਰਾਂ ਜਾਂ ਨਾ ਕਰਾਂ। ਪ੍ਰਭੂ ਦੱਸ ਮੈਂ ਉੱਥੇ ਜਾਵਾਂ ਜਾਂ ਨਾ ਜਾਵਾਂ। ਪ੍ਰਭੂ ਦੱਸ ਮੈਂ ਇਸ ਦੇ ਲਈ ਪ੍ਰਾਰਥਨਾ ਕਰਾਂ ਜਾਂ ਨਾ ਕਰਾਂ। ਪ੍ਰਭੂ ਦੱਸ ਇਸ ਦਾ ਉੱਤਰ ਯਸ ਹਾਂ ਹੋਵੇਗਾ, ਨਾ ਹੋਵੇਗਾ, ਜਾਂ ਮੈਂ ਇਸ ਦੇ ਲਈ ਵੇਟ ਕਰਾਂ। ਅਗਵਾਈ ਦੇ ਲਈ ਪਰਮੇਸ਼ਰ ਦਾ ਵਚਨ ਮੈਨੂੰ ਸਟਿਕ ਸਾਫ਼ ਪ੍ਰਤੀ ਉੱਤਰ ਦੇਵੇਗਾ। ਇਸ ਲਈ ਦਾਊਦ ਇਹ ਗੱਲ ਕਰ ਰਿਹਾ, ਜਿਹੜੀ ਅੱਜ
ਵੀ ਭਟਕੀ ਹੋਈ ਭੇਡ ਨੂੰ ਵਾਪਸ ਲੈ ਆਉਣ ਦੇ ਲਈ ਆਪਣੀ ਬੁੱਧ ਦੇ ਨਾਲ ਮੇਰੀ ਮਦਦ ਕਰੇਗੀ। ਦਾਊਦ ਨੂੰ ਪਤਾ ਸੀ ਮੈਂ ਭੇਡਾਂ ਨੂੰ ਚਾਰ ਰਿਹਾ ਹੈ ਅਤੇ ਕਿਹੜੀ ਭੇਡ ਕਿੱਥੇ ਚਾਰ ਰਹੀ ਹੈ ਅਤੇ ਕਿਸ ਭੇਡ ਨੂੰ ਮੈਂ ਸ਼ਤਰੂ ਦੀ ਸ਼ੈ ਤੋਂ ਬਚਾਉਣਾ। ਉਸ ਦੇ ਲਈ ਪਰਮੇਸ਼ਰ ਨੇ ਉਸ ਨੂੰ ਬੁੱਧ ਦਿੱਤੀ ਸੀ, ਉਸ ਦੇ ਲਈ ਉਸ ਨੂੰ ਸਮਝ ਦਿੱਤੀ ਸੀ। ਅੱਜ ਮੈਂ ਵੀ ਇਸ ਸਮਝ ਦੇ ਨਾਲ, ਇਸ ਬੁੱਧ ਦੇ ਨਾਲ ਇਹ ਕੰਮ ਕਰ ਸਕਦਾ। ਮੈਂ ਸਮਝਦਾ ਹਾਂ ਅੱਜ ਦੀ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਇਮੋਸ਼ਨਲ ਤਰੀਕੇ ਦੇ ਨਾਲ ਲੋਕਾਂ ਦੀ ਅਗਵਾਈ ਕਰਨਾ, ਕਲੀਸਿਆ ਦੀ ਅਗਵਾਈ ਕਰਨਾ, ਕਿਸੇ ਦੇ ਕੰਮ ਦੇ ਵਿੱਚ ਅਗਵਾਈ ਕਰਨ ਦੇ ਲਈ ਉਹ ਇਮੋਸ਼ਨਲ ਪ੍ਰੇਅਰ ਅਤੇ ਇਮੋਸ਼ਨਲ ਵਚਨ ਨੂੰ ਰੱਖ ਦਿੰਦੇ ਆ। ਉਹ ਇਹ ਨਹੀਂ ਸਿਖਾਉਂਦੇ ਕਿ ਤੁਸੀਂ ਪਰਮੇਸ਼ਰ ਦੇ ਵਚਨ ਦੇ ਨਾਲ ਆਪਣੇ ਜੀਵਨ ਦੇ ਫੈਸਲੇ ਲੈਣੇ ਸਿੱਖੋ। ਉਹ ਸਿਖਾਉਂਦੇ ਨੇ। ਅਸੀਂ ਬੜੇ ਸੂਝਵਾਨ ਬੰਦੇ ਆ ਵੈਸੇ, ਕਿਉਂ? ਸਾਡੇ ਘਰ ਦੇ ਵਿੱਚ ਬੱਚਾ ਆਇਆ, ਅਸੀਂ ਕਹਿੰਦੇ ਆ ਹੋਣਹਾਰ ਹੋ ਜਾਵੇ, ਅਸੀਂ ਉਹਨੂੰ ਹਰ ਤਰ੍ਹਾਂ ਦੀ ਅੱਛੀ ਤੋਂ ਅੱਛੀ ਟ੍ਰੇਨਿੰਗ ਦੇ ਲਈ, ਅੱਛੇ ਤੇ ਅੱਛੇ ਸਕੂਲ ਦੇ ਵਿੱਚ ਭੇਜਣ ਦੇ ਲਈ ਅਸੀਂ ਯਤਨ ਕਰਦੇ ਹਾਂ। ਵਟ ਕੀ ਅਸੀਂ ਖੁਦ ਦੇ ਲਈ ਇਹ ਕਰਦੇ ਹਾਂ? ਪਰਮੇਸ਼ਰ ਦਾ ਵਚਨ ਮੇਰੇ ਕੋਲ ਹੈ, ਮੈਂ ਉਸ ਵਚਨ ਦੇ ਨਾਲ ਇਸ ਤਰ੍ਹਾਂ ਕਰਦਾ। ਦਾਊਦ ਨੇ ਤਾਂ ਕੀਤਾ। ਦਾਊਦ ਨੇ ਆਪਣੇ ਜੀਵਨ ਦੇ ਵਿੱਚ ਇਹ ਕਾਰਜ ਕੀਤੇ। ਉਸ ਦੇ ਵਾਸਤਵਿਕ, ਪ੍ਰੈਕਟੀਕਲ, ਪ੍ਰਯੋਗਿਕ ਮੇਰੇ ਕੋਲ ਪ੍ਰਤੀ ਉੱਤਰ ਉਹਦੇ ਵਚਨ ਵਿੱਚ ਹੈ। ਮੈਂ ਜਦੋਂ ਇਸ ਵਚਨ ਨੂੰ ਪੜ੍ਹ ਰਿਹਾ ਸੀ ਤਦ ਮੈਨੂੰ ਪਰਮੇਸ਼ਰ ਨੇ ਇੱਕ ਇੱਕ ਗੱਲ ਬਰੀਕੀ ਦੇ ਨਾਲ ਦੱਸੀ ਜੋ ਮੈਂ ਅੱਜ ਆਪ ਨੂੰ ਦੱਸ ਰਿਹਾ। ਫਿਰ ਅਸੀਂ ਕੁਝ ਹੋਰ ਵੀ ਗੱਲਾਂ ਦੇਖਦੇ। ਆਪਣੀ ਬੁੱਧ ਅਤੇ ਵਿਚਾਰਾਂ ਉੱਤੇ ਜਾਂ ਦੂਸਰਿਆਂ ਉੱਤੇ ਭਰੋਸਾ ਕਰਦੇ। ਮੈਂ ਨਹੀਂ ਕਰਦਾ, ਮੈਂ ਸਿਰਫ ਪਰਮੇਸ਼ਰ ਦੀ ਬੁੱਧ, ਕਿਉਂਕਿ ਪਰਮੇਸ਼ਰ ਦੀ ਬੁੱਧ ਕਦੇ ਸਾਨੂੰ ਧੋਖਾ ਨਹੀਂ ਦਿੰਦੀ ਹੈ। ਪਰਮੇਸ਼ਰ ਦੀ ਬੁੱਧ ਕਦੇ ਸਾਨੂੰ ਨਿਰਾਸ਼ ਨਹੀਂ ਕਰਦੀ ਹੈ। ਮੈਂ ਅੱਜ ਅਸੈਂਬਲੀ ਦੇ ਵਿੱਚ ਦੱਸ ਰਿਹਾ ਸੀ ਕਿ ਮੇਰਾ ਸਿਰ ਪਰਮੇਸ਼ਰ ਹੈ। ਇਹਦਾ ਮਤਲਬ ਇੱਥੋਂ ਜੋ ਫੈਸਲੇ ਹੈ ਉਹ ਪਰਮੇਸ਼ਰ ਦੇ ਰਾਹੀਂ, ਉਹਦੇ ਵਚਨ ਦੇ ਰਾਹੀਂ ਮੇਰੇ ਜੀਵਨ 'ਚ ਹੁੰਦੇ। ਜਦੋਂ ਮੈਂ ਇਹ ਫੈਸਲੇ ਉਹਦੇ ਵਚਨ ਦੇ ਨਾਲ ਕਰਦਾ ਹਾਂ ਤਾਂ ਮੈਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਮੇਰੇ ਪਿਆਰੋ। ਤਾਂ ਮੈਨੂੰ ਆਪਣੇ ਜੀਵਨ ਦੇ ਵਿੱਚ ਕਿਸੇ ਵੀ ਨਿਸ਼ਚਿਤ ਫੈਸਲੇ ਦੇ ਵਿੱਚ ਡਾਵਾਡੋਲ ਹੋਣ ਦੀ ਲੋੜ ਨਹੀਂ। ਫਿਰ ਮੈਂ ਦ੍ਰਿੜਾ। ਜਦੋਂ ਦਾਊਦ ਪਰਮੇਸ਼ਰ ਤੋਂ ਪੁੱਛਦਾ ਸੀ ਔਰ ਪਰਮੇਸ਼ਰ ਦੱਸਦਾ ਸੀ ਤੇ ਉਹੀ ਉਹ ਕਰਦਾ ਸੀ ਤਾਂ ਸਫਲ ਹੁੰਦਾ ਸੀ। ਇਸ ਲਈ ਇਸਨੇ ਬਹੁਤ ਸਾਰੇ ਰਾਜ ਦੇ ਵਿੱਚ ਜਿੱਤ ਪ੍ਰਾਪਤ ਕੀਤੀ। ਬਹੁਤ ਵੱਡਾ ਉਹ ਰਾਜਾ ਬਣ ਗਿਆ ਸੀ। ਪਰਮੇਸ਼ਰ ਨੇ ਬਣਾਇਆ, ਕਿਉਂਕਿ ਉਹ ਪਰਮੇਸ਼ਰ ਦੇ ਉੱਤੇ ਡਿਪੈਂਡ ਸੀ। ਆਪਣੇ ਆਪ ਨੂੰ ਸੰਪੂਰਨ ਪਰਮੇਸ਼ਰ ਤੇ ਸਮਰਪਿਤ ਕੀਤਾ ਹੋਇਆ ਸੀ। ਇਸ ਲਈ ਪਰਮੇਸ਼ਰ ਨੇ ਉਸ ਨੂੰ ਉੱਚਿਆਂ ਵੀ ਕੀਤਾ। ਅਸੀਂ ਆਪਣੇ ਆਪ ਨੂੰ ਪਰਮੇਸ਼ਰ ਤਾਈਂ ਵਾਪਸ ਨਹੀਂ ਲਿਆ ਸਕਦੇ, ਪਰ ਜਦ ਅਸੀਂ ਆਪਣੇ ਆਪ ਨੂੰ ਉਸ ਉੱਤੇ ਸੁੱਟਦੇ ਹਾਂ ਤਾਂ ਉਹ ਕਰੇਗਾ ਜੋ ਅਸੀਂ ਆਪਣੇ ਆਪ ਨੂੰ ਉਸ ਤਾਈਂ ਵਾਪਸ ਆਉਣ ਲਈ ਨਹੀਂ ਕਰ ਸਕਦੇ। ਤੇ ਆਪਣੇ ਨਾਮ ਦੀ ਖਾਤਰ ਉਹ ਸਾਡੀ ਅਗਵਾਈ ਕਰਦਾ ਹੈ। ਤਾਂ ਸ਼ਰਤ ਇਹ ਹੈ ਇਸ ਬੁੱਧ ਦੇ ਨਾਲ ਆਪਣੇ ਆਪ ਨੂੰ ਉਸ ਤੇ ਸਮਰਪਿਤ ਕਰਨਾ ਹੈ। ਮੈਨੂੰ ਮੇਰੀ ਸੇਵਕਾਈ ਦੇ ਵਿੱਚ ਕੋਈ ਸਿਖਾਉਣ ਵਾਲਾ ਨਹੀਂ ਹੈ ਸਿਵਾਏ ਪਰਮੇਸ਼ਰ ਤੋਂ। ਜੋ ਵੀ ਕੰਮ ਕਰਦਾ ਪਰਮੇਸ਼ਰ ਮੈਨੂੰ ਬੁੱਧ ਦਿੰਦਾ, ਮੈਂ ਉਸ ਦੇ ਲਈ ਕਰਦਾ। ਮੈਂ ਚਾਹੁੰਦਾ ਹਾਂ ਕਿ ਪਰਮੇਸ਼ਰ ਮੇਰੇ ਵਿੱਚ ਵਧੇ, ਮੈਂ ਘਟਾਂ। ਯਹੋਨਾ ਨੇ ਇਹੀ ਤਾਂ ਕਿਹਾ। ਤੇ ਜੇ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਾਂ ਮੇਰੇ ਪਿਆਰੇ ਅਜ਼ੀਜ਼, ਪਰਮੇਸ਼ਰ ਦੀ ਅਗਵਾਈ ਆਪ ਦੇ ਹਰ ਇੱਕ ਪਲ ਦੇ ਵਿੱਚ ਆਪ ਨੂੰ
स्वर्ग दी जिउंदी आस दे मार्गां विच लैके जावेगी जिथे परमेश्वर विराजमान है। अंतिम गल, इक्को एक जिस नूं कदे बहाली दी लोड़ नहीं सी, नकम्मे ਅਤੇ ਨਕਾਮ ਵਿਸ਼ਵਾਸੀਆਂ ਦੀ ਜਗ੍ਹਾ ਦੇ ਲਈ ਜਦ ਸਲੀਬ ਉੱਤੇ ਹਨੇਰੇ ਦੇ 3 ਘੰਟਿਆਂ ਦੌਰਾਨ ਪਰਮੇਸ਼ਰ ਵੱਲੋਂ ਤਿਆਗ ਦਿੱਤਾ ਗਿਆ, ਅੱਛਾ ਚਰਵਾਹਾ ਜਿਸ ਨੂੰ ਭੇਡਾਂ ਲਈ ਆਪਣੇ ਆਪ ਨੂੰ ਦੇ ਦਿੱਤਾ। ਕਾਹਦੇ ਲਈ? ਸਵਰਗ ਰਾਜ ਦੀ ਅਗਵਾਈ ਦੇ ਲਈ, ਕਿ ਇਹ ਭੇਡਾਂ ਮੇਰੇ ਜੀਵਨ ਦੇ ਰਾਹੀਂ स्वर्ग विच पहुंच जाण। इसलिए तो दाऊद ने कहा, वो मेरे जान विच जान पाउंदा है। उसने अपनी जान दे के मेरे विच सदीवी जान पाई है कि मैं नाश ना होवां, बल्कि उस सदीवी जीवन दे राही मैं परमेश्वर दे उस धाम विच पहुंचा जिथे परमेश्वर विराजमान है। मेरे प्यारे असीस, यूहन्ना 10 ਦਾ 14 ਤੋਂ 17 ਅਸੀਂ प्रभु यीशु मसीह ਦੇ ਇੱਕ अच्छे आयाली ਦੀ ਵਜੋਂ ਉਸ ਦੇ ਇਸ ਵਿਚਾਰ ਨੂੰ ਪੜ੍ਹਦੇ। ਅੱਛਾ ਆयाली ਆਪਣੀਆਂ ਭੇਡਾਂ ਦੇ ਲਈ ਜਾਨ ਦਿੰਦਾ ਹੈ। ਇਹ ਅੱਛਾ ਆयाली प्रभु यीशु मसीह जिस ने मैनू स्वर्ग राज दे अगवाई दे निमित्त अपनी जान दे के मेरे विच अपनी उस सच्ची अते पवित्र जान पा के मैनू उस स्वर्ग दे विच जान दे लई तैयार किया। मैं उस दे लई उसका धन्नवाद करदा। ते मैं अंतिम वचन पढ़ांगा इब्रानियां दी पुस्तक जिस दे विच एक महाप्रधान रखवाला मेरी अगवाई करके मैनू उस स्थान दे विच पहुंचादा है जिथे परमेश्वर आप विराजमान है। मैं इब्रानियां दी पुस्तक उसका 13 अध्याय उसकी 20 अते 21 आयत आप दे लई पढ़ रहा। हुण शांति दाता परमेश्वर जो साडे प्रभु यीशु मसीह नूं जो भेडां दा महान रखवाला है, सनातन वाचा दे लाहू दे गुणां तो मरे होया विचों जिउंदा करके लै आया, कहानू हर एक भली गल विच सिद्ध करे जिस तो तुसी उस दी इच्छा पूरी करो। जो कुछ उस नू पाउंदा है उस यीशु मसीह दे राहीं साडे विच पैदा करे, जिस दी वडियाई जुगान जुग हुंदी रहे। आमीन। परमेश्वर उस सिद्ध चरवाहे दे राही अपनी इच्छा दे अनुसार साडी अगवाई करे, जुगान युग दे उस राज दे लई जिस दे विच असी परमेश्वर दे नाल उसकी महिमा करनी है। आमीन। मेरे प्यारे असीस, परमेश्वर अपने धार्मिकता दे मार्गां विच मेरी अगवाई करे। मैं हमेशा रोज ये प्रार्थना करनी है और इस तरह प्रार्थना करके रोज परमेश्वर तो अगवाई प्राप्त करदियां होया अपने जीवन नूं बतीत करना है, ताकि जदों आवे मैं उस दे नाल अपनी जिउंदी आस दे विच उस दे घर विच वास करां अते हमेशा हमेशा दी महिमा दे नाल उस दे राज विच पाया जावां। अजिहा होण दे लई परमेश्वर मेरी अते आप दी मदद करे। जय मसीह दी।